ਇੱਕ ਪਿੰਡ ਵਿੱਚ ਇੱਕ ਵਿਧਵਾ ਔਰਤ ਤੇ ਉਸਦਾ ਇਕਲੌਤਾ ਬੇਟਾ ਰਹਿੰਦੇ ਸਨ। ਬੇਟੇ ਦਾ ਨਾਮ ਸੀ ਰਘੂ। ਮਾਂ ਬੇਟਾ ਬਹੁਤ ਹੀ ਗਰੀਬ ਸਨ। ਉਹ ਬਜ਼ੁਰਗ ਔਰਤ ਸਾਰਾ ਦਿਨ ਮਿਹਨਤ ਕਰਦੀ, ਕੱਪੜੇ ਸੀਂਦੀ, ਉੱਨ ਸਾਫ਼ ਕਰਦੀ ਅਤੇ ਕਈ ਘਰਾਂ ਦਾ ਕੰਮ ਕਰਕੇ ਆਪਣੇ ਬੇਟੇ ਨੂੰ ਪਾਲ ਰਹੀ ਸੀ। ਤੇ ਜਦੋਂ ਬੇਟਾ ਥੋੜ੍ਹਾ ਵੱਡਾ ਹੋ ਗਿਆ ਤਾਂ ਬਜ਼ੁਰਗ ਔਰਤ ਆਪਣੇ ਪੁੱਤਰ ਨੂੰ ਕਹਿਣ ਲੱਗੀ, ਪੁੱਤਰ, ਹੁਣ ਮੇਰੀਆਂ ਹੱਡੀਆਂ ਬਜ਼ੁਰਗ ਹੋ ਗਈਆਂ ਹਨ, ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ, ਮੈਂ ਚਾਹੁੰਦੀ ਹਾਂ ਹੁਣ ਤੂੰ ਕੰਮ ਕਰੇ। ਤੇ ਬੇਟੇ ਨੇ ਆਪਣੀ ਮਾਂ ਨੂੰ ਕਿਹਾ, ਮਾਂ, ਇਸ ਪਿੰਡ ਵਿੱਚ ਕਿਹੜਾ ਕੰਮ ਮਿਲੇਗਾ ਮੈਨੂੰ? ਮੈਂ ਕਿਹੜਾ ਕੰਮ ਕਰਾਂਗਾ? ਮੈਨੂੰ ਤਾਂ ਕੋਈ ਕੰਮ ਆਉਂਦਾ ਹੀ ਨਹੀਂ। ਮਾਂ ਨੇ ਕਿਹਾ, ਪੁੱਤ, ਤੂੰ ਸ਼ਹਿਰ ਚਲੇ ਜਾ, ਸ਼ਹਿਰ ਵਿੱਚ ਕੋਈ ਨਾ ਕੋਈ ਕੰਮ ਮਿਲ ਜਾਵੇਗਾ, ਜਿਹੜਾ ਵੀ ਮਿਲੇ ਇਮਾਨਦਾਰੀ ਨਾਲ ਕਰੀ। ਤੇ ਪੁੱਤਰ ਮਾਂ ਦੀ ਗੱਲ ਮੰਨ ਕੇ ਸ਼ਹਿਰ ਚਲੇ ਗਿਆ। ਤੇ ਸ਼ਹਿਰ ਵਿੱਚ ਰਘੂ ਕਈ ਦਿਨ ਭਟਕਦਾ ਰਿਹਾ, ਪਰ ਕਿਤੇ ਵੀ ਕੋਈ ਕੰਮ ਨਾ ਮਿਲੇ। ਤੇ ਇੱਕ ਦਿਨ ਉਸ ਦੀ ਮੁਲਾਕਾਤ ਇੱਕ ਅਮੀਰ ਆਦਮੀ ਨਾਲ ਹੋਈ। ਤਾਂ ਰਘੂ ਨੇ ਉਸ ਅਮੀਰ ਆਦਮੀ ਨੂੰ ਪੁੱਛਿਆ, ਬਾਈ ਜੀ, ਕੀ ਤੁਹਾਨੂੰ ਨੌਕਰ ਦੀ ਜ਼ਰੂਰਤ ਹੈ? ਤਾਂ ਉਸ ਅਮੀਰ ਆਦਮੀ ਨੇ ਪਹਿਲਾਂ ਰਘੂ ਨਾਲ ਬੜੇ ਗੌਰ ਨਾਲ ਵੇਖਿਆ ਤੇ ਫਿਰ ਕਹਿਣ ਲੱਗਾ, ਹਾਂ, ਮੈਨੂੰ ਨੌਕਰ ਦੀ ਬਹੁਤ ਜ਼ਰੂਰਤ ਹੈ, ਜੇ ਤੂੰ ਚਾਹਵੇਂ ਤਾਂ ਮੇਰੇ ਘਰ ਨੌਕਰੀ ਕਰ ਸਕਦਾ ਹਾਂ। ਰਘੂ ਉਸ ਅਮੀਰ ਆਦਮੀ ਦੇ ਨਾਲ ਉਸਦੇ ਘਰ ਚਲਾ ਗਿਆ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਿਆ, ਪਰ ਉਸ ਆਦਮੀ ਨੇ ਰਘੂ ਨੂੰ ਕੋਈ ਵੀ ਕੰਮ ਨਾ ਦਿੱਤਾ ਕਰਨ ਵਾਸਤੇ। ਫਿਰ ਤੀਜਾ ਤੇ ਚੌਥਾ ਦਿਨ ਵੀ ਲੰਘ ਗਏ। ਰਘੂ ਬਹੁਤ ਹੈਰਾਨ ਸੀ। ਉਸਨੂੰ ਸਭ ਕੁਝ ਇਹ ਅਜੀਬ ਜਿਹਾ ਲੱਗ ਰਿਹਾ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੇ ਉਸ ਕੋਲੋਂ ਕੰਮ ਕਰਵਾਉਣਾ ਹੀ ਨਹੀਂ ਸੀ ਤਾਂ ਉਸਨੂੰ ਨੌਕਰ ਕਿਉਂ ਰੱਖਿਆ। ਇਹ ਸੋਚ ਕੇ ਰਘੂ ਅਮੀਰ ਆਦਮੀ ਕੋਲ ਗਿਆ ਤੇ ਬੋਲਿਆ, ਮਾਲਕ, ਤੁਸੀਂ ਮੈਨੂੰ ਕੋਈ ਕੰਮ ਕਿਉਂ ਨਹੀਂ ਦਿੰਦੇ? ਮੈਂ ਸਾਰੇ ਕੰਮ ਕਰ ਲਵਾਂਗਾ, ਜੋ ਤੁਸੀਂ ਕਹੋਗੇ ਮੈਂ ਇਮਾਨਦਾਰੀ ਨਾਲ ਕਰਾਂਗਾ। ਤਾਂ ਉਸ ਅਮੀਰ ਆਦਮੀ ਨੇ ਕਿਹਾ, ਹਾਂ ਹਾਂ, ਕੱਲ੍ਹ ਤੋਂ ਤੈਨੂੰ ਵੀ ਕੰਮ ਦਿਆਂਗਾ, ਤੈਨੂੰ ਵੀ ਕੰਮ ਕਰਨਾ ਪਏਗਾ, ਤਾਂ ਹੀ ਤੈਨੂੰ ਤਨਖਾਹ ਮਿਲੇਗੀ। ਤੇ ਅਗਲੇ ਹੀ ਦਿਨ ਉਸ ਆਦਮੀ ਨੇ ਰਘੂ ਨੂੰ ਕਿਹਾ ਕਿ ਉਹ ਇੱਕ ਮਰੇ ਹੋਏ ਬੈਲ ਦੀ ਖੱਲ ਲਾ ਕੇ ਲਿਆਵੇ ਤੇ ਫਿਰ 3-4 ਵੱਡੇ ਵੱਡੇ ਬੋਰੇ ਲੈ ਕੇ ਊਠਾਂ ਨੂੰ ਤਿਆਰ ਕਰੇ। ਅਸੀਂ ਸਫ਼ਰ 'ਤੇ ਜਾਣਾ ਹੈ ਤੇ ਰਘੂ ਉਸਦੇ ਨਾਲ ਜਾਵੇਗਾ। ਰਘੂ ਨੇ ਆਪਣੇ ਮਾਲਕ ਦਾ ਹੁਕਮ ਮੰਨ ਕੇ ਸਾਰਾ ਕੰਮ ਕੀਤਾ। ਮਰੇ ਹੋਏ ਬੈਲ ਦੀ ਖੱਲ ਲਾ ਲਿਆਇਆ, ਫਿਰ ਉਸਨੇ ਊਠ ਤਿਆਰ ਕੀਤੇ ਅਤੇ 3-4 ਵੱਡੇ ਵੱਡੇ ਬੋਰੇ ਲੈ ਲਏ। ਇੱਕ ਊਠ ਉੱਤੇ ਬੈਲ ਦੀ ਖੱਲ ਲੱਦੀ ਹੋਈ ਸੀ ਤੇ ਉਸੇ ਊਠ ਉੱਪਰ ਹੀ ਰਘੂ ਬੈਠਾ ਹੋਇਆ ਸੀ ਤੇ ਦੂਸਰੇ ਊਠ ਉੱਤੇ ਮਾਲਕ ਬੈਠਾ ਹੋਇਆ ਸੀ ਤੇ ਉਸਨੇ 3-4 ਬੋਰੇ ਲੱਦੇ ਹੋਏ ਸਨ ਤੇ ਦੋਵੇਂ ਤੁਰਦੇ ਤੁਰਦੇ ਇੱਕ ਪਹਾੜ ਦੇ ਕੋਲ ਆ ਗਏ। ਮਾਲਕ ਨੇ ਊਠਾਂ ਨੂੰ ਰੋਕਿਆ ਅਤੇ ਰਘੂ ਨੂੰ ਕਿਹਾ ਕਿ ਉਹ ਊਠਾਂ ਤੋਂ ਹੇਠਾਂ ਉਤਰੇ ਅਤੇ ਨਾਲ ਹੀ ਬੈਲ ਦੀ ਖੱਲ ਤੇ ਬੋਰੇ ਵੀ ਉਤਾਰ ਲਵੇ। ਰਘੂ ਨੇ ਮਾਲਕ ਦਾ ਹੁਕਮ ਮੰਨ ਕੇ ਇਸੇ ਤਰ੍ਹਾਂ ਕੀਤਾ। ਫਿਰ ਮਾਲਕ ਨੇ ਰਘੂ ਨੂੰ ਕਿਹਾ ਕਿ ਉਹ ਬੈਲ ਦੀ ਖੱਲ ਉੱਪਰ ਲੇਟ ਜਾਵੇ। ਰਘੂ ਨੂੰ ਇਹ ਕਿੱਸਾ ਸਮਝ ਵਿੱਚ ਨਾ ਆਇਆ ਕਿ ਆਖਰ ਬੈਲ ਦੀ ਖੱਲ 'ਤੇ ਕਿਉਂ ਲੇਟਣਾ ਹੈ, ਪਰ ਉਹ ਮਾਲਕ ਦਾ ਹੁਕਮ ਮੰਨ ਕੇ ਬੈਲ ਦੀ ਖੱਲ ਉੱਤੇ ਲੇਟ ਗਿਆ ਤੇ ਮਾਲਕ ਨੇ ਬੈਲ ਦੀ ਖੱਲ ਨੂੰ ਬੰਡਲ ਵਾਂਗ ਲਪੇਟ ਦਿੱਤਾ ਤੇ ਉਸ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਇੱਕ ਪਹਾੜ ਦੇ ਪਿੱਛੇ ਰੱਖ ਆਇਆ। ਤੇ ਕੁਛ ਦੇਰ ਬਾਅਦ ਹੀ ਉੱਥੇ ਤੋਂ ਵੱਡੇ ਵੱਡੇ ਪੰਛੀ ਆਏ। ਉਹਨਾਂ ਨੇ ਜਦ ਪਸ਼ੂ ਦੀ ਖੱਲ ਵੇਖੀ ਤਾਂ ਆਪਣੇ ਚੁੰਝਾਂ ਨਾਲ ਉਹ ਖੱਲ ਨੂੰ ਫੜ ਲਿਆ ਅਤੇ ਅਸਮਾਨ ਵਿੱਚ ਉੱਡਣ ਲੱਗ ਪਏ। ਤੇ ਅਸਮਾਨ ਵਿੱਚ ਉੱਡਦੇ ਉੱਡਦੇ ਉਹ ਇੱਕ ਪਹਾੜ ਦੀ ਚੋਟੀ 'ਤੇ ਪਹੁੰਚ ਗਏ। ਚੋਟੀ 'ਤੇ ਪਹੁੰਚ ਕੇ ਉਹਨਾਂ ਪੰਛੀਆਂ ਨੇ ਚੁੰਝਾਂ ਮਾਰ-ਮਾਰ ਉਸ ਖੱਲ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਉਹ ਚੁੰਝਾਂ ਨਾਲ ਹੀ ਖੱਲ ਨੂੰ ਇੱਧਰ ਉੱਧਰ ਖਿੱਚ ਰਹੇ ਸਨ ਤੇ ਜਦੋਂ ਬਲਦ ਦੀ ਖਾਲ ਖਿੱਚਦਿਆਂ ਖਿੱਚਦਿਆਂ ਫਟ ਗਈ ਤਾਂ ਉਸ ਵਿੱਚੋਂ ਬੁੜਕ ਕੇ ਰਘੂ ਬਾਹਰ ਆ ਗਿਆ। ਪੰਛੀਆਂ ਨੇ ਜਦ ਉਸ ਨੂੰ ਦੇਖਿਆ ਤਾਂ ਉਹ ਡਰ ਕੇ ਉੱਡ ਗਏ ਤੇ ਉੱਡਦੇ ਉੱਡਦੇ ਉਹ ਬੈਲ ਦੀ ਖੱਲ ਨੂੰ ਵੀ ਆਪਣੇ ਨਾਲ ਲੈ ਗਏ। ਰਘੂ ਉੱਠ ਕੇ ਖਲੋਤਾ ਤੇ ਫਿਰ ਆਪਣੇ ਚਾਰੇ ਪਾਸੇ ਵੇਖਣ ਲੱਗਾ ਤਾਂ ਇੱਧਰ ਮਾਲਕ ਨੇ ਉਸ ਨੂੰ ਖੜੇ ਵੇਖਿਆ ਤਾਂ ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗਾ, ਰਘੂ, ਬੁੱਤ ਬਣ ਕੇ ਕਿਉਂ ਖੜੇ ਹੋ? ਤੇਰੇ ਪੈਰਾਂ ਦੇ ਕੋਲ ਰੰਗੀਨ ਪੱਥਰ ਹਨ, ਉਹ ਸਾਰੇ ਥੱਲੇ ਸੁੱਟ ਦੇ। ਤੇ ਜਦ ਰਘੂ ਨੇ ਆਪਣੇ ਪੈਰਾਂ ਲਾਗੇ ਝਾਤ ਮਾਰੀ, ਉੱਥੇ ਬਹੁਤ ਸਾਰੇ ਰੰਗੀਨ ਪੱਥਰ ਇੱਧਰ ਉੱਧਰ ਖਿਲਰੇ ਪਏ ਹੋਏ ਸਨ। ਉਹਨਾਂ ਵਿੱਚ ਲਾਲ, ਨੀਲਮ ਅਤੇ ਕਈ ਹੀਰੇ ਮੋਤੀ ਸਨ ਜੋ ਧੁੱਪ ਨਾਲ ਬਹੁਤ ਜ਼ਿਆਦਾ ਚਮਕ ਰਹੇ ਸਨ। ਰਘੂ ਨੇ ਹੌਲੀ ਹੌਲੀ ਉਹ ਹੀਰੇ ਪੱਥਰ ਚੁੱਕ ਕੇ ਥੱਲੇ ਸੁੱਟਣੇ ਸ਼ੁਰੂ ਕਰ ਦਿੱਤੇ। ਜਦ ਉਹ ਹੀਰੇ ਪੱਥਰ ਥੱਲੇ ਸੁੱਟ ਰਿਹਾ ਸੀ ਤਾਂ ਮਾਲਕ ਉਹ ਬੋਰੀਆਂ ਭਰਨ ਲੱਗਾ ਜੋ ਉਹ ਨਾਲ ਲੈ ਕੇ ਆਇਆ ਸੀ। ਤੇ ਰਘੂ ਅਚਾਨਕ ਉਹ ਰੰਗੀਨ ਪੱਥਰ ਥੱਲੇ ਸੁੱਟਦਾ ਸੁੱਟਦਾ ਰੁਕ ਗਿਆ ਤੇ ਪੁੱਛਣ ਲੱਗਾ, ਮਾਲਕ, ਮਾਲਕ, ਮੈਂ ਥੱਲੇ ਕਿਵੇਂ ਆਵਾਂਗਾ? ਮਾਲਕ ਨੇ ਕਿਹਾ,
ਰਘੂ, ਕੁਛ ਹੋਰ ਪੱਥਰ ਨੀਚੇ ਸੁੱਟ, ਫਿਰ ਮੈਂ ਤੈਨੂੰ ਦੱਸਦਾ ਹਾਂ ਥੱਲੇ ਆਉਣ ਦਾ ਰਾਹ, ਕਿ ਤੂੰ ਥੱਲੇ ਕਿਵੇਂ ਆਵੇਂਗਾ। ਰਘੂ ਮਾਲਕ ਦੀ ਗੱਲ ਮੰਨ ਗਿਆ ਤੇ ਹੋਰ ਹੀਰੇ ਪੱਥਰ ਥੱਲੇ ਸੁੱਟਣ ਲੱਗ ਪਿਆ। ਜਦ ਮਾਲਕ ਨੇ ਆਪਣੇ ਸਾਰੇ ਬੋਰੇ ਭਰ ਲਏ ਤਾਂ ਉਹ ਉਹਨਾਂ ਬੋਰਿਆਂ ਨੂੰ ਊਠਾਂ 'ਤੇ ਲੱਦ ਕੇ ਤੁਰ ਪਿਆ। ਰਘੂ ਜ਼ੋਰ ਨਾਲ ਉਸ 'ਤੇ ਚਲਾਇਆ, ਮਾਲਕ ਤੁਸੀਂ ਮੈਨੂੰ ਦੱਸੋ ਮੈਂ ਨੀਚੇ ਕਿਵੇਂ ਆਵਾਂਗਾ। ਤੇ ਮਾਲਕ ਉਸ ਵੱਲ ਵੇਖ ਕੇ ਜ਼ੋਰ-ਜ਼ੋਰ ਦੀ ਹੱਸਣ ਲੱਗਾ ਤੇ ਕਹਿਣ ਲੱਗਾ, ਹੁਣ ਤੇ ਤੂੰ ਸਮਝ ਗਿਆ ਨਾ ਮੈਂ ਆਪਣੇ ਨੌਕਰਾਂ ਕੋਲ ਕਿਹੋ ਜਿਹਾ ਕੰਮ ਕਰਵਾਉਂਦਾ ਹਾਂ। ਤੂੰ ਆਪਣੇ ਆਸੇ-ਪਾਸੇ ਵੇਖ, ਤੇਰੇ ਵਰਗੇ ਹੋਰ ਵੀ ਪਹਾੜ ਉੱਤੇ ਪਏ ਹੋਣਗੇ। ਇੰਨਾ ਕਹਿ ਕੇ ਮਾਲਕ ਊਠਾਂ ਨੂੰ ਹੱਕਦਾ ਹੋਇਆ ਚਲਾ ਗਿਆ। ਰਘੂ ਪਹਾੜ ਉੱਤੇ ਖੜਾ ਸੀ। ਉਸ ਨੂੰ ਆਪਣੇ ਚਾਰੇ ਪਾਸੇ ਇਨਸਾਨੀ ਹੱਡੀਆਂ ਖਿਲਰੀਆਂ ਪਈਆਂ ਦਿਖ ਰਹੀਆਂ ਸਨ। ਉਹ ਬਹੁਤ ਘਬਰਾਇਆ ਹੋਇਆ ਸੀ। ਉਹ ਸੋਚਣ ਲੱਗਾ, ਮੈਂ ਥੱਲੇ ਕਿਵੇਂ ਜਾਵਾਂਗਾ, ਕਿਉਂਕਿ ਮਾਲਕ ਦੇ ਨੌਕਰਾਂ ਦਾ ਹਾਲ ਤੇ ਇਹੀ ਹੁੰਦਾ ਹੈ ਕਿ ਉਹਨਾਂ ਨੂੰ ਪੰਛੀ ਨੋਚ ਕੇ ਖਾ ਜਾਂਦੇ ਹਨ ਤੇ ਹੱਡੀਆਂ ਇੱਥੇ ਰਹਿ ਜਾਂਦੀਆਂ ਹਨ। ਇਹ ਸੋਚਦਿਆਂ ਹੀ ਰਘੂ ਕੰਬ ਗਿਆ ਕਿ ਹੁਣ ਮੈਂ ਵੀ ਮਰ ਜਾਵਾਂਗਾ, ਮੈਨੂੰ ਵੀ ਪੰਛੀ ਖਾ ਲੈਣਗੇ। ਇਹਨਾਂ ਸੋਚਾਂ ਵਿੱਚ ਗਵਾਚਾ ਹੀ ਸੀ ਕਿ ਅਚਾਨਕ ਉਹਨੂੰ ਆਪਣੇ ਉੱਤੇ ਖੰਭਾਂ ਦੀ ਫੜਫੜਾਹਟ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਵੇਖ ਪਾਉਂਦਾ, ਇੱਕ ਵੱਡੇ ਸਾਰੇ ਉਕਾਬ ਨੇ ਉਸ ਉੱਤੇ ਝਪਟਾ ਮਾਰਿਆ। ਉਹ ਰਘੂ ਦੇ ਟੁਕੜੇ ਟੁਕੜੇ ਕਰਨ ਹੀ ਵਾਲਾ ਸੀ ਕਿ ਅਚਾਨਕ ਰਘੂ ਨੇ ਆਪਣੀ ਹੋਸ਼ ਹਵਾਸ਼ ਨਾਲ ਆਪਣੇ ਹੱਥਾਂ ਨਾਲ ਉਸ ਉਕਾਬ ਦੇ ਪੰਜੇ ਫੜ ਲਏ। ਆਪਣੇ ਹੱਥਾਂ ਦੀ ਜਕੜ ਉਕਾਬ ਦੇ ਪੰਜਿਆਂ 'ਤੇ ਮਜ਼ਬੂਤ ਕਰ ਲਈ। ਉਕਾਬ ਜ਼ੋਰ ਨਾਲ ਚੀਕਿਆ ਅਤੇ ਉੱਡਣ ਲੱਗ ਪਿਆ। ਉਹ ਰਘੂ ਨੂੰ ਥੱਲੇ ਪਟਕ ਦੇਣਾ ਚਾਹੁੰਦਾ ਸੀ, ਇਸ ਲਈ ਉਹ ਪੰਛੀ ਚਾਰ ਚੁਫੇਰੇ ਚੱਕਰ ਲਗਾਉਣ ਲੱਗ ਪਿਆ। ਪਰ ਰਘੂ ਨੇ ਉਸ ਉਕਾਬ ਦੇ ਪੰਜੇ ਨਾ ਛੱਡੇ ਤੇ ਅਖੀਰ ਥੱਕ ਕੇ ਉਹ ਉਕਾਬ, ਉਹ ਪੰਛੀ ਜ਼ਮੀਨ 'ਤੇ ਆ ਡਿੱਗਾ ਤੇ ਜ਼ਮੀਨ 'ਤੇ ਡਿੱਗਦੇ ਸਾਰ ਹੀ ਰਘੂ ਨੇ ਉਸਦੇ ਪੰਜੇ ਛੱਡ ਦਿੱਤੇ ਤੇ ਇਸ ਤਰ੍ਹਾਂ ਉਹ ਪੰਛੀ ਉੱਡ ਗਿਆ ਤੇ ਰਘੂ ਬਚ ਗਿਆ। ਰਘੂ ਮੌਤ ਦੇ ਮੂੰਹ 'ਚੋਂ ਸਹੀ ਸਲਾਮਤ ਵਾਪਸ ਆ ਗਿਆ ਸੀ। ਫਿਰ ਉਹ ਆਪਣੇ ਮਾਲਕ ਨੂੰ ਸਬਕ ਸਿਖਾਉਣ ਦੀ ਸੋਚਣ ਲੱਗਾ ਤੇ ਹੌਲੀ-ਹੌਲੀ ਆਪਣੇ ਆਪ ਨੂੰ ਸਵਾਰਦਾ ਉਹ ਮਾਲਕ ਦੇ ਘਰ ਵੱਲ ਤੁਰ ਪਿਆ। ਜਾ ਕੇ ਉਸਨੇ ਮਾਲਕ ਦਾ ਦਰਵਾਜ਼ਾ ਖੜਕਾਇਆ ਅਤੇ ਪੁੱਛਿਆ, ਕੀ ਤੁਹਾਨੂੰ ਨੌਕਰ ਦੀ ਲੋੜ ਹੈ? ਮਾਲਕ, ਜਿਸ ਨੇ ਰਘੂ ਨੂੰ ਬਿਲਕੁਲ ਨਹੀਂ ਪਛਾਣਿਆ, ਕਿਉਂਕਿ ਉਹ ਆਪਣੇ ਦਿਮਾਗ ਵਿੱਚ ਇਹ ਭੁੱਲ ਕੇ ਵੀ ਨਹੀਂ ਸੋਚ ਸਕਦਾ ਸੀ ਕਿ ਉਸ ਦਾ ਕੋਈ ਨੌਕਰ ਉਸ ਪਹਾੜ ਤੋਂ ਬਚ ਕੇ ਆ ਸਕਦਾ ਹੈ। ਇਸ ਤਰ੍ਹਾਂ ਤਾਂ ਪਹਿਲਾਂ ਕਦੀ ਵੀ ਨਹੀਂ ਸੀ ਹੋਇਆ ਕਿ ਉਸ ਦਾ ਕੋਈ ਨੌਕਰ ਬਚ ਕੇ ਆ ਗਿਆ ਹੋਵੇ। ਇਸ ਲਈ ਮਾਲਕ ਨੇ ਰਘੂ ਨੂੰ ਕੋਈ ਦੂਜਾ ਹੀ ਲੜਕਾ ਸਮਝਿਆ ਤੇ ਉਸ ਨੂੰ ਆਪਣੇ ਨਾਲ ਘਰ ਲੈ ਗਿਆ। 2-4 ਦਿਨ ਉਸ ਕੋਲੋਂ ਕੋਈ ਕੰਮ ਨਾ ਕਰਾਇਆ ਤੇ ਫਿਰ ਮਾਲਕ ਨੇ ਹੁਕਮ ਦਿੱਤਾ ਕਿ ਉਹ ਬੈਲ ਦੀ ਖੱਲ ਲਾ ਕੇ ਲਿਆਵੇ, 3-4 ਬੋਰੇ ਲੈ ਆਵੇ ਅਤੇ 2 ਊਠ ਤਿਆਰ ਕਰੇ। ਉਹ ਉਹਨਾਂ ਦੇ ਨਾਲ ਸਫ਼ਰ 'ਤੇ ਜਾਏਗਾ। ਰਘੂ ਨੇ ਬਿਲਕੁਲ ਇਸ ਤਰ੍ਹਾਂ ਹੀ ਕੀਤਾ ਜਿਵੇਂ ਮਾਲਕ ਕਹਿ ਰਿਹਾ ਸੀ। ਉਹ ਊਠ ਉੱਪਰ ਚੜ੍ਹ ਕੇ ਉਸੇ ਚਟਾਨ ਦੇ ਕੋਲ ਪਹੁੰਚ ਗਏ ਤੇ ਫਿਰ ਮਾਲਕ ਨੇ ਰਘੂ ਨੂੰ ਕਿਹਾ ਕਿ ਉਹ ਬੈਲ ਦੀ ਖੱਲ ਹੇਠਾਂ ਉਤਾਰੇ ਤੇ ਉਸ ਉੱਪਰ ਲੇਟ ਜਾਵੇ। ਰਘੂ ਨੇ ਬੈਲ ਦੀ ਖੱਲ ਤਾਂ ਉਤਾਰ ਦਿੱਤੀ। ਕਹਿਣ ਲੱਗਾ, ਮਾਲਕ ਮੈਨੂੰ ਸਮਝ ਨਹੀਂ ਆਇਆ ਕਿਸ ਤਰ੍ਹਾਂ ਲੇਟਣਾ ਹੈ, ਕੀ ਕਰਨਾ ਹੈ, ਇੱਕ ਵਾਰੀ ਤੁਸੀਂ ਕਰਕੇ ਵਿਖਾਓ। ਤੇ ਮਾਲਕ ਰਘੂ ਨੂੰ ਸਮਝਾਉਣ ਲਈ ਉਸ ਬੈਲ ਦੀ ਖੱਲ ਉੱਪਰ ਲੰਮਾ ਪੈ ਗਿਆ ਅਤੇ ਕਹਿਣ ਲੱਗਾ, ਤੂੰ ਇਸ ਤਰ੍ਹਾਂ ਲੰਮੇ ਪੈਣਾ ਹੈ। ਜਿਉਂ ਹੀ ਲੰਮੇ ਪਿਆ, ਰਘੂ ਨੇ ਛੇਤੀ ਨਾਲ ਉਹ ਬੈਲ ਦੀ ਖੱਲ ਮਾਲਕ ਦੇ ਉੱਪਰ ਲਪੇਟ ਦਿੱਤੀ, ਬੰਡਲ ਬਣਾ ਦਿੱਤਾ ਤੇ ਉੱਪਰੋਂ ਬੰਨ੍ਹ ਦਿੱਤਾ। ਅੰਦਰੋਂ ਮਾਲਕ ਨੇ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰੀਆਂ, ਚੀਕਿਆ, ਰੌਲਾ ਪਾਇਆ, ਮੇਰੇ ਬੇਟੇ ਮੇਰੇ ਨਾਲ ਕੀ ਕਰ ਰਿਹਾ ਹਾਂ। ਪਰ ਰਘੂ ਨੇ ਇੱਕ ਨਾ ਸੁਣੀ ਤੇ ਫਿਰ ਰਘੂ ਨੇ ਵੀ ਉਸੇ ਤਰ੍ਹਾਂ ਕੀਤਾ। ਉਸ ਬੰਡਲ ਨੂੰ ਇੱਕ ਸਾਈਡ 'ਤੇ ਰੱਖ ਕੇ ਆਪ ਥੋੜ੍ਹੀ ਦੂਰ 'ਤੇ ਲੁਕ ਗਿਆ ਤੇ ਇੰਨੇ ਚਿਰ ਨੂੰ 2 ਵੱਡੇ ਪੰਛੀ ਉੱਡਦੇ ਹੋਏ ਆਏ ਤੇ ਉਸ ਬੈਲ ਦੀ ਖੱਲ ਨੂੰ ਚੁੱਕ ਕੇ ਪਹਾੜ ਦੀ ਚੋਟੀ 'ਤੇ ਲੈ ਗਏ। ਉੱਥੇ ਪਹੁੰਚ ਕੇ ਉਹਨਾਂ ਨੇ ਬੈਲ ਦੀ ਖੱਲ ਨੂੰ ਚੁੰਝਾਂ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ। ਜਿਉਂ ਹੀ ਚੁੰਝਾਂ ਮਾਰ ਕੇ ਬੈਲ ਦੀ ਖੱਲ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ, ਉਸ ਵਿੱਚੋਂ ਮਾਲਕ ਬਾਹਰ ਆ ਗਿਆ। ਮਾਲਕ ਨੂੰ ਵੇਖ ਕੇ ਪੰਛੀ ਡਰ ਗਏ ਅਤੇ ਉੱਡ ਗਏ ਤੇ ਫਿਰ ਥੱਲੇ ਖਲੋਤੇ ਰਘੂ ਨੇ ਜ਼ੋਰ ਨਾਲ ਆਵਾਜ਼ ਦਿੱਤੀ, ਮਾਲਕ ਤੁਹਾਡੇ ਆਸੇ-ਪਾਸੇ ਬਹੁਤ ਸਾਰੇ ਰੰਗੀਨ ਪੱਥਰ ਪਏ ਹੋਣਗੇ, ਇਹਨਾਂ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰੋ। ਤੇ ਹੁਣ ਮਾਲਕ ਨੂੰ ਪਹਿਚਾਣ ਆ ਗਈ ਸੀ ਕਿ ਇਹ ਤਾਂ ਉਹੀ ਲੜਕਾ ਸੀ ਜਿਸ ਨੂੰ ਮੈਂ ਪਿਛਲੀ ਵਾਰ ਬੈਲ ਦੀ ਖੱਲ ਵਿੱਚ ਲਪੇਟ ਕੇ ਇੱਥੇ ਘੱਲਿਆ ਸੀ। ਇਹ ਜੀਂਦਾ ਕਿਵੇਂ ਰਹਿ ਗਿਆ, ਇਹ ਪਹਾੜ ਤੋਂ ਉਤਰਿਆ ਕਿਵੇਂ, ਇਹ ਬਚ ਕਿਵੇਂ ਗਿਆ। ਤੇ ਮਾਲਕ ਉੱਚੀ ਕਹਿਣ ਲੱਗਾ, ਤੂੰ ਇਸ ਪਹਾੜ ਤੋਂ ਥੱਲੇ ਕਿਵੇਂ ਉਤਰਿਆ?
ਮੈਨੂੰ ਛੇਤੀ ਛੇਤੀ ਦੱਸ। ਰਘੂ ਕਹਿਣ ਲੱਗਾ, ਪਹਿਲਾਂ ਕੁਝ ਹੀਰੇ ਪੱਥਰ ਥੱਲੇ ਸੁੱਟੋ। ਜਦ ਮੇਰੇ ਕੋਲ ਹੀਰੇ ਪੱਥਰ ਇਕੱਠੇ ਹੋ ਜਾਣਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਮੈਂ ਪਹਾੜ ਤੋਂ ਥੱਲੇ ਕਿਵੇਂ ਉਤਰਿਆ ਸੀ। ਤਾਂ ਮਾਲਕ ਛੇਤੀ ਛੇਤੀ ਉਹ ਹੀਰੇ ਅਤੇ ਰੰਗੀਨ ਪੱਥਰ ਥੱਲੇ ਸੁੱਟਣ ਲੱਗ ਪਿਆ ਅਤੇ ਰਘੂ ਨੇ ਆਪਣੇ ਸਾਰੇ ਬੋਰੇ ਉਹਨਾਂ ਰੰਗੀਨ ਪੱਥਰਾਂ ਅਤੇ ਹੀਰਿਆਂ ਨਾਲ ਭਰ ਲਏ। ਫਿਰ ਰਘੂ ਕਹਿਣ ਲੱਗਾ, ਮਾਲਕ ਜਰਾ ਆਪਣੇ ਆਲੇ ਦੁਆਲੇ ਵੇਖੋ। ਜਿਨ੍ਹਾਂ ਆਦਮੀਆਂ ਨੂੰ ਤੂੰ ਨੌਕਰ ਬਣਾ ਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ, ਉਹਨਾਂ ਦੀਆਂ ਹੱਡੀਆਂ ਇਸ ਜਗ੍ਹਾ 'ਤੇ ਖਿਲਰੀਆਂ ਪਈਆਂ ਹਨ। ਤੂੰ ਉਹਨਾਂ ਕੋਲੋਂ ਨੀਚੇ ਉਤਰਨ ਦਾ ਰਾਹ ਪੁੱਛ। ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਆਪਣੇ ਘਰ ਜਾ ਰਿਹਾ ਹਾਂ। ਮੈਂ ਬਹੁਤ ਇਮਾਨਦਾਰੀ ਨਾਲ ਤੇਰਾ ਕੰਮ ਕੀਤਾ, ਪਰ ਤੇਰੇ ਕਰਮਾਂ ਨੇ ਤੈਨੂੰ ਉੱਥੇ ਹੀ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਤੂੰ ਦੂਸਰਿਆਂ ਨੂੰ ਕਰਦਾ ਸੀ। ਤੂੰ ਉਹਨਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੱਤਾ ਜੋ ਘਰੋਂ ਕੰਮ ਕਰਨ ਆਏ ਸਨ, ਕਮਾਈ ਕਰਨ ਆਏ ਸਨ। ਤੂੰ ਬਹੁਤ ਪਾਪ ਕੀਤੇ ਨੇ ਅਤੇ ਹੁਣ ਤੇਰੀ ਵਾਰੀ ਹੈ। ਇੰਨਾ ਕਹਿ ਕੇ ਰਘੂ ਉਹਨਾਂ ਊਠਾਂ 'ਤੇ ਆਪਣੇ ਹੀਰੇ ਮੋਤੀ ਲੱਦ ਕੇ ਆਪਣੀ ਮਾਂ ਦੇ ਘਰ ਵੱਲ ਰਵਾਨਾ ਹੋ ਗਿਆ। ਅਤੇ ਮਾਲਕ ਉਸ ਪਹਾੜ ਦੀ ਚੋਟੀ ਉੱਤੇ ਇੱਧਰ ਉੱਧਰ ਭੱਜਦਾ ਰਿਹਾ, ਚੀਕਦਾ ਰਿਹਾ, ਪਰ ਸਭ ਕੁਝ ਬੇਅਸਰ। ਉੱਥੇ ਉਸ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ, ਕਿਉਂਕਿ ਉਸਨੇ ਜੋ ਕੀਤਾ ਸੀ ਉਸਨੂੰ ਉਹੀ ਮਿਲੇਗਾ। ਜੈਸੀ ਕਰਨੀ ਵੈਸੀ ਭਰਨੀ। ਜੇਕਰ ਤੁਸੀਂ ਕਿਸੇ ਨੂੰ ਮੌਤ ਦੇ ਮੂੰਹ 'ਚ ਧਕੇਲਿਆ ਤਾਂ ਤੁਹਾਡੀ ਵਾਰੀ ਵੀ ਆਏਗੀ ਹੀ। ਜੇਕਰ ਤੁਸੀਂ ਕਿਸੇ ਨਾਲ ਮਾੜਾ ਕਰਦੇ ਹੋ ਤਾਂ ਕੋਈ ਤੁਹਾਡੇ ਨਾਲ ਮਾੜਾ ਕਰੇਗਾ। ਇਹ ਸੰਸਾਰ ਕਰਮ ਚੱਕਰ ਦੇ ਨਾਲ ਚੱਲਦਾ ਹੈ। ਜਿਹੋ ਜਿਹੇ ਕਰਮ ਕਰੋਗੇ ਉਹ ਸਾਹਮਣੇ ਆਉਣਗੇ। ਧੰਨਵਾਦ ਜੀ।